सत श्री अकाल। स्वागत है तुहाडा सारिਆਂ ਦਾ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ। मैं हाँ रुपिंदर कौर। ओंटारियो इलैक्ट की एक होर कड़ी तहत असीं आ पहुंचे हां ब्रैम्पटन वैस्ट तो पीसी पार्टी के उम्मीदवार अमरजोत संधू के कैंपेन ऑफिस दे विच। अमरजोत संधू 2018 विच पहली बार ब्रैम्पटन वैस्ट तो MPP वजों ओंटारियो लैजिसलेटिव असैंबली विच पहुंचे सन ते हुण एक वारी फिर तो ब्रैम्पटन वैस्ट तो पीसी पार्टी के उम्मीदवार ने। चलदे उन्हां दे कैंपेन ऑफिस ते गलबात करदे हां अमरजोत संधू दे नाल। सत श्री अकाल अमरजोत जी, स्वागत है तुहाडा PTC दे विच। थैंक यू रुपिंदर जी, तुहाडा ते तुहाडी सारी टीम दा जिहड़ा तुसीं अज इत्थे टाइम कढ के सानूं कवर करना है जी। तुहाडे तो जानना चाहांगे 2018 विच तुसीं पहली बार ओंटारियो लैजिसलेटिव असैंबली विच गए, ब्रैम्पटन वैस्ट दे लोकां ने तुहानूं उत्थे भेजिया। किस तरह दा रैकॉर्ड तुसीं देखदे हो कि किन्ने काम तुसीं कीते ने इन्हां 4 सालां विच? बिल्कुल जी रुपिंदर जी, जदों हुण असीं 2018 दे विच ब्रैम्पटन वैस्ट दे लोकां ने साथ दित्ता, सानूं मौका दित्ता कि असीं उन्हां दी आवाज़ बण के उत्थे ਜਿਹੜੇ ਬਰੈਂਪਟਨ ਦੇ ਪੈਂਡਿੰਗ ਇਸ਼ੂਜ਼ ਹੈਗੇ ਜੀ ਬੜੇ ਦੇਰ ਤੋਂ, ਜਿਹੜੇ 15 ਸਾਲ ਬੜੀਆਂ ਡਿਫਰੈਂਟ ਗਵਰਨਮੈਂਟਸ ਆਈਆਂ, ਚਾਹੇ ਉਹ ਲਿਬਰਲ ਗਵਰਨਮੈਂਟ ਸੀ, NDP ਗਵਰਨਮੈਂਟ ਸੀ, ਲੇਕਿਨ ਬਰੈਂਪਟਨ ਨੂੰ ਜਿਹੜਾ ਜੀ ਹਮੇਸ਼ਾ ਨੈਗਲੈਕਟ ਕੀਤਾ ਗਿਆ। ਬਰੈਂਪਟਨ ਦੇ ਵਿੱਚ ਕੋਈ ਕਦੀ ਇਨਵੈਸਟਮੈਂਟ ਨਹੀਂ ਆਈ। ਸੋ ਹੁਣ ਅਸੀਂ 4 ਸਾਲ ਤੋਂ ਬਾਅਦ ਜਦੋਂ ਵੋਟਾਂ ਲੋਕਾਂ ਕੋਲ ਮੰਗਣ ਜਾਂਦੇ ਹਾਂ ਜੀ ਬੇਸਡ ਔਨ ਆਵਰ ਟਰੈਕ ਰੈਕਡ ਕਿ ਜਿਹੜੇ ਪਿਛਲੇ 4 ਸਾਲ ਦੇ ਵਿੱਚ ਅਸੀਂ ਕੰਮ ਕੀਤੇ ਆ। ਚਾਹੇ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲਾ 4 ਸਾਲ ਦੇ ਵਿੱਚੋਂ 2.5 ਸਾਲ ਜਿਹੜੇ ਆ ਜੀ ਕੋਵਿਡ 'ਚ ਨਿਕਲੇ ਆ। ਸੋ ਗੌਰਮੈਂਟ ਦਾ ਜਿਹੜਾ ਫੋਕਸ ਹੈਗਾ ਸੀ ਮੋਸਟਲੀ ਜੀ ਹੈਲਥ ਐਂਡ ਸੇਫਟੀ ਨੂੰ ਲੋਕਾਂ ਨੂੰ ਲੈ ਕੇ ਹੈਗਾ ਸੀ। ਕੋਵਿਡ ਦੇ ਉੱਪਰ ਜਿਹੜੀ ਹਸਪੀਟਲਾਈਜੇਸ਼ਨ ਆ ਉਹਨੂੰ ਕਿੱਦਾਂ ਕੰਟਰੋਲ ਦੇ ਵਿੱਚ ਕੀਤਾ ਜਾਵੇ, ਵੈਕਸੀਨ ਜਿਹੜਾ ਵਾ ਜੀ ਉਹਨੂੰ ਕਿੱਦਾਂ ਆਪਾਂ ਲੋਕਾਂ ਤੱਕ ਪਹੁੰਚਾਇਆ ਜਾਵੇ। ਉਹਦੇ ਬਾਵਜੂਦ ਜਿਹੜਾ ਜੀ ਸਾਡੀ ਗੌਰਮੈਂਟ ਨੇ ਬਰੈਂਪਟਨ ਦੇ ਲਈ ਬਹੁਤ ਕੁਛ ਕੀਤਾ ਵਾ। ਚਾਹੇ ਆਪਾਂ ਨਵੇਂ ਹਸਪੀਟਲ ਦੀ ਗੱਲ ਕਰੀਏ, ਜਿਹੜੀ ਕਮਿਊਨਿਟੀ ਬੜੀ ਦੇਰ ਤੋਂ ਡਿਮਾਂਡ ਕਰ ਰਹੀ ਸੀ, ਜਿਹੜਾ ਸੈਕਿੰਡ ਫੁੱਲ ਫਲੈਸ਼ ਹਸਪੀਟਲ ਅਸੀਂ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ 350 ਬੈੱਡ ਹੋਣਗੇ, 24/7 ਐਮਰਜੈਂਸੀ ਸਰਵਿਸਿਜ਼ ਉਹਦੇ ਵਿੱਚ ਹੋਣਗੀਆਂ ਜੀ, ਨਵਾਂ ਇਨਪੇਸ਼ੈਂਟ ਵਿੰਗ ਹੋਊਗਾ। ਔਨ ਟਾਪ ਆਫ ਦੈਟ ਜੀ ਜਿਹੜਾ ਬੜੀ ਦੇਰ ਬਾਅਦ ਕਦੀ ਹੋਇਆ ਕਿ 100 ਸਾਲ ਬਾਅਦ GTA ਦੇ ਵਿੱਚ ਕਿ ਬਰੈਂਪਟਨ ਨੂੰ ਇੱਕ ਹਸਪੀਟਲ ਮਿਲਿਆ ਹੋਵੇ, ਨਾਲ ਦੀ ਨਾਲ ਜਿਹੜਾ ਜੀ ਆਪਣਾ ਮੈਡੀਕਲ ਸਕੂਲ ਜਿਹੜਾ ਉਹ ਵੀ ਮਿਲਿਆ ਹੋਵੇ। ਇਹਨੂੰ ਜਿਹੜੇ ਮੇਅਰ ਬਰਾਊਨ, ਆਪਣੇ ਪੈਟਰਿਕ ਬਰਾਊਨ ਹੈਗੇ, ਉਹਨਾਂ ਨੇ ਕਿਹਾ ਕਿ ਹੋਮ ਰਨ ਫॉर द ਸਿਟੀ ਆਫ ਬਰੈਂਪਟਨ। ਬਹੁਤ ਘੱਟ ਹੁੰਦਾ ਕਿ ਹਸਪੀਟਲ ਮਿਲਿਆ, ਨਾਲ ਦੀ ਨਾਲ ਜਿਹੜਾ ਮੈਡੀਕਲ ਸਕੂਲ ਮਿਲਿਆ, ਜਿੱਥੇ ਆਪਣੇ ਐਵਰੀ ਈਅਰ ਜਿਹੜੇ ਜੀ 175 ਗ੍ਰੈਜੂਏਟਸ ਜਿਹੜੇ ਹੈਗੇ ਆ ਉਹ ਡਾਕਟਰਸ ਬਣਨਗੇ, ਫਿਜ਼ੀਸ਼ੀਅਨਸ ਬਣਨਗੇ, ਸਪੈਸ਼ਲਿਸਟ ਬਣਨਗੇ ਅਤੇ ਸੈਕਿੰਡ ਹਸਪੀਟਲ ਜਿਹੜਾ ਹੈਗਾ ਉੱਥੇ ਸਰਵ ਕਰ ਸਕਦੇ ਆਪਣੇ। ਬਹੁਤ ਵਧੀਆ ਹੋਊਗਾ ਕਿ ਲੋਕਲ ਆਪਣੇ ਬੱਚੇ ਲੋਕਲ ਡਾਕਟਰ ਬਣ ਕੇ ਲੋਕਲ ਹਸਪੀਟਲ ਸਰਵ ਕਰਨਗੇ। ਇਹ ਜਿਹੜਾ ਜੀ ਬਹੁਤ ਘੱਟ ਆਪਾਂ ਨੂੰ ਦੇਖਣ ਨੂੰ ਮਿਲਦਾ, ਲੇਕਿਨ ਇਹ ਵੀ ਸਾਡੇ ਪ੍ਰੀਮੀਅਰ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਹਸਪੀਟਲ ਦੇ ਨਾਲ ਨਾਲ ਸਾਨੂੰ ਮੈਡੀਕਲ ਸਕੂਲ ਦਿੱਤਾ। ਉਹਦੇ ਨਾਲ ਜੀ ਆਪਣਾ ਹਾਈਵੇ 413 ਆਪਾਂ ਜਾਣਦੇ ਹਾਂ ਟ੍ਰੈਫਿਕ ਕੰਜੈਸ਼ਨ ਜਿਹੜੀ ਕਿੰਨੀ ਵੱਧ ਚੁੱਕੀ ਆ, ਅਤੇ ਬਰੈਂਪਟਨ ਦੀ ਜਿਹੜਾ ਇੱਕ ਪਾਪੂਲੇਸ਼ਨ ਜਿਹੜੀ ਆ ਜੀ GTA ਦੀ ਕਾਫੀ ਵੱਧ ਰਹੀ ਆ। ਹਰ ਸਾਲ ਇੱਥੇ ਇੰਨੇ ਲੋਕ ਜਿਹੜੇ ਨਵੇਂ ਆਉਂਦੇ ਆ। ਬਰੈਂਪਟਨ ਦੀ ਆਪਾਂ ਗੱਲ ਕਰੀਏ ਰੋਜ਼ 4 ਤੋਂ 7 ਜਿਹੜੇ ਨਵੇਂ ਇਮੀਗ੍ਰੈਂਟਸ ਜਿਹੜੇ ਬਰੈਂਪਟਨ ਦੇ ਵਿੱਚ ਆਉਂਦੇ ਆ। ਸੋ ਸਾਨੂੰ ਇਨਫਰਾਸਟਰਕਚਰ ਵੀ ਉੱਦਾਂ ਦਾ ਚਾਹੀਦਾ ਕਿ ਜਿਹੜਾ ਸਾਡੀਆਂ ਨੀਡਸ ਨੂੰ ਮੀਟ ਕਰ ਸਕੇ। ਸੋ ਜਿਹੜਾ 413 ਹਾਈਵੇ ਆ, ਸਾਡੀ ਇਕੱਲੀ ਗੌਰਮੈਂਟ ਜਿਹੜੀ ਹੈਗੀ ਕਮਿਟਡ ਇਹਨੂੰ ਬਣਾਉਣ ਦੇ ਲਈ। ਜਿਹੜਾ ਇਹਦੀ ਇਨਵਾਇਰਮੈਂਟਲ ਅਸੈਸਮੈਂਟ ਲਈ ਮੈਂ 2019 ਦੇ ਵਿੱਚ ਮੋਸ਼ਨ ਲੈ ਕੇ ਆਉਂਦਾ ਸੀ ਕਿ ਇਹਦੀ ਦੁਬਾਰਾ ਅਸੈਸਮੈਂਟ ਸਟਾਰਟ ਕੀਤੀ ਜਾਵੇ। ਉਹਦਾ ਪ੍ਰੈਫਰਡ ਰੂਟ ਵੀ ਦਿੱਤਾ ਗਿਆ ਵਾ। ਹੁਣ ਅੱਗੇ ਹੋਰ ਉਹਦਾ ਪ੍ਰੋਸੈਸ ਜਿਹੜਾ ਸਟਾਰਟ ਹੋਊਗਾ ਜੀ। ਅਤੇ 413 ਹਾਈਵੇ ਨਾਟ ਓਨਲੀ ਟ੍ਰੈਫਿਕ ਕੰਜੈਸ਼ਨ ਨੂੰ ਘਟਾਊਗਾ, ਇਹਦੇ ਨਾਲ ਜਿਹੜਾ ਆਪਣੀਆਂ ਥਾਊਜ਼ੈਂਡਸ ਆਫ ਜੋਬਸ ਜਿਹੜੀਆਂ ਕ੍ਰੀਏਟ ਹੋਣਗੀਆਂ ਜੀ। 8000 ਜੋਬ ਜਿਹੜੀ ਕ੍ਰੀਏਟ ਹੋਣੀ ਆ, ਉਹਦੇ ਨਾਲ ਦੀ ਨਾਲ $350 ਮਿਲੀਅਨ ਦਾ GDP ਨੂੰ ਜਿਹੜਾ ਬੂਸਟ ਮਿਲਣਾ ਐਨੂਅਲੀ। ਜਿਹੜਾ ਬਿਜ਼ਨਸ ਨਵਾਂ ਅਟਰੈਕਟ ਹੋਊਗਾ, ਕਿਉਂਕਿ ਕੋਈ ਵੀ ਬਿਜ਼ਨਸ ਨੂੰ ਜਦੋਂ ਆਪਾਂ ਇੱਥੇ ਇਨਵੈਸਟਮੈਂਟ ਲਈ ਆਪਾਂ ਦੇਖਦੇ ਹਾਂ, ਸਭ ਤੋਂ ਪਹਿਲਾਂ ਦੇਖਦੇ ਕਨੈਕਟੀਵਿਟੀ, ਕਿ ਕਨੈਕਟੀਵਿਟੀ ਕਿੰਨੀ ਜ਼ਰੂਰੀ ਆ। ਟਰਾਂਸਪੋਰਟੇਸ਼ਨ ਗੁੱਡਸ ਜਿਹੜੀਆਂ ਵਾ ਉਹ ਇੱਕ ਐਂਡ ਤੋਂ ਦੂਜੇ ਐਂਡ 'ਤੇ ਮੂਵ ਕਰਨ ਦੇ ਲਈ ਆਪਾਂ ਨੂੰ ਜ਼ਿਆਦਾ ਕਨੈਕਟੀਵਿਟੀ ਚਾਹੀਦੀ ਹੈ। ਸੋ ਇਹ ਹਾਈਵੇ ਬਣਨ ਦੇ ਨਾਲ ਟ੍ਰੈਫਿਕ ਕੰਜੈਸ਼ਨ 'ਤੇ ਘਟੂਗੀ, ਜੋਬਾਂ ਕ੍ਰੀਏਟ ਹੋਣਗੀਆਂ, ਬਿਜ਼ਨਸ ਜਿਹੜਾ ਜੀ ਉਹ ਨਵਾਂ ਸਿਟੀ ਦੇ ਵਿੱਚ ਅਟਰੈਕਟ ਹੋਊਗਾ। ਉਹਦੇ ਨਾਲ ਦੀ ਨਾਲ LRT ਜਿਹੜੀ ਆਪਾਂ ਗੱਲ ਕਰੀਏ, ਇਹ ਵੀ ਅਸੀਂ ਹਰ ਅੰਟਾਰੀਓ LRT ਜਿਹੜੀ ਬਰੈਂਪਟਨ ਤੋਂ ਮਿਸੀਸਾਗਾ ਨੂੰ ਕਨੈਕਟ ਕਰੂਗੇ। ਨੈਕਸਟ ਈਅਰ ਸਟਾਰਟ ਹੋ ਰਹੀ ਹੈ ਜੀ। 2 ਵੇ ਆਲ ਡੇ ਗੋ ਜਿਹੜੀਆਂ ਆਪਣੀ ਡਾਊਨਟਾਊਨ ਲੋਕ ਭੈਣ ਭਰਾ ਜਾਂਦੇ ਆ ਜੋਬ ਕਰਨ, ਉਹਨਾਂ ਨੂੰ ਪਤਾ ਕਿ ਇਹ ਡਾਊਨਟਾਊਨ ਦੀ ਜਿਹੜੀ ਜਾਂਦੀ ਹੈ ਗੋ ਸਰਵਿਸਿਜ਼ ਕਿੰਨੀਆਂ ਜ਼ਿਆਦੀਆਂ ਜ਼ਰੂਰੀ ਆ। ਉਹਦੀ ਫ੍ਰੀਕੁਐਂਸੀ ਅਸੀਂ ਆਲਰੇਡੀ ਵਧਾ ਚੁੱਕੇ ਹਾਂ। 2 ਵੇ ਆਲ ਡੇ ਦੇ ਬਹੁਤ ਕਰੀਬ ਅਸੀਂ ਆ ਚੁੱਕੇ ਹਾਂ ਜੀ। 3 ਨਵੇਂ ਲੌਂਗ ਟਰਮ ਕੇਅਰ ਹੋਮ ਅਸੀਂ ਬਰੈਂਪਟਨ ਦੇ ਵਿੱਚ ਲਿਆਂਦੇ ਆ ਪਿਛਲੇ 4 ਸਾਲ ਦੇ ਵਿੱਚ ਆਏ। ਆਪਣਾ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਲੌਂਗ ਟਰਮ ਕੇਅਰ ਹੋਮ ਬੜੀ ਦੇਰ ਤੋਂ ਕਮਿਊਨਿਟੀ ਡਿਮਾਂਡ ਕਰ ਰਹੀ ਸੀ। ਇੰਡਸ ਕਮਿਊਨਿਟੀ ਹੋ ਗਿਆ, ਵੇਤਨਮਿਸ ਕਮਿਊਨਿਟੀ ਦੇ ਨਾਮ 'ਤੇ ਆ। ਇੱਕ ਨਵਾਂ ਪੁਲਿਸ ਸਟੇਸ਼ਨ ਬਰੈਂਪਟਨ ਵੈਸਟ ਦੇ ਵਿੱਚ ਲੈ ਕੇ ਆਉਂਦਾ ਜੀ। ਸੋ ਇਹ ਚੀਜ਼ਾਂ ਜਿਹੜੀਆਂ ਬਰੈਂਪਟਨ ਸਪੈਸੀਫਿਕ ਹੈਗੀਆਂ, ਜਿਹੜੀਆਂ ਪਿਛਲੇ 4 ਸਾਲ ਦੇ ਵਿੱਚ ਅਸੀਂ ਕੀਤੀਆਂ ਵਾ, ਅਤੇ ਬੇਸਡ ਔਨ ਟਰੈਕ ਰੈਕਡ ਜਿਹੜਾ ਲੋਕਾਂ ਨੂੰ ਦੁਬਾਰਾ ਅਪੀਲ ਕਰ ਰਹੇ ਹਾਂ ਕਿ ਤੁਸੀਂ ਪਲੀਜ਼ ਸਾਨੂੰ ਮੌਕਾ ਦਿਓ ਦੁਬਾਰਾ, ਤਾਂ ਕਿ ਜਿਹੜੇ ਬਰੈਂਪਟਨ ਦੇ ਹੋਰ ਪੈਂਡਿੰਗ ਇਸ਼ੂਜ਼ ਆ ਉਹਨਾਂ ਨੂੰ ਅਸੀਂ ਜਿਹੜਾ ਜੀ ਪੂਰਾ ਕਰ ਸਕੀਏ ਜੀ। ਪਿਛਲੀ ਵਾਰ ਦੀ ਗੱਲ ਕਰੀਏ ਤਾਂ ਕੈਂਪੇਨ ਵਿੱਚ ਕਈ ਇਸ ਤਰ੍ਹਾਂ ਦੇ ਪ੍ਰੋਮਿਸ ਹੋਣੇ ਆ ਜੋ ਪੂਰੇ ਨਹੀਂ ਹੋਏ, ਕਿਉਂਕਿ 2.5 ਸਾਲ ਦਾ ਸਮਾਂ ਇੱਕ ਪੈਂਡੈਮਿਕ 'ਚ ਵੀ ਨਿਕਲ ਗਿਆ, ਤਾਂ ਸਰਕਾਰ ਉਹ ਪੈਂਡੈਮਿਕ ਨੂੰ ਹੈਂਡਲ ਕਰਨ 'ਚ ਵੀ ਬਿਜ਼ੀ ਰਹੀ। ਉਹ ਜਿਹੜੇ ਪ੍ਰੋਮਿਸਿਸ ਨੇ ਉਹ ਇਸ ਵਾਰੀ ਵੀ ਕੈਂਪੇਨ 'ਚ ਕੈਰੀ ਫਾਰਵਰਡ ਕੀਤੇ ਗਏ ਨੇ। ਬਿਲਕੁਲ ਜੀ, ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਕਈ ਚੀਜ਼ਾਂ ਦੇਖੋ ਹਰ ਵਾਰ ਨਹੀਂ ਹੁੰਦਾ ਕਿ ਜਿਹੜੀਆਂ ਹਰ ਚੀਜ਼ ਜਿਹੜੀ ਗਵਰਨਮੈਂਟ 4 ਸਾਲ ਦੇ ਵਿੱਚ
ਕਿਉਂਕਿ ਜਿਹੜਾ ਸਿਸਟਮ ਅਸੀਂ ਇਨਹੈਰਿਟ ਕੀਤਾ ਸੀ ਇੱਕ ਬ੍ਰੋਕਨ ਸਿਸਟਮ, ਮੈਸਡ ਅਪ ਸਿਸਟਮ, ਜਿਹੜਾ ਲਿਬਰਲ ਗਵਰਨਮੈਂਟ ਪਿਛਲੇ 15 ਸਾਲ ਰਹਿ ਗਈ ਆ। ਸਕੈਂਡਲਸ ਆਪਾਂ ਦੇਖਦੇ ਇੰਨੇ ਹੋਏ, ਚਾਹੇ ਗੈਸ ਪਲਾਂਟ ਸਕੈਂਡਲ ਹੋਇਆ ਜੀ, ਚਾਹੇ ਹਾਈਡਰੋ 1 ਦਾ। ਸੋ ਜਿਹੜਾ ਸਿਸਟਮ ਅਸੀਂ ਇਨਹੈਰਿਟ ਕੀਤਾ ਸੀ, ਇੰਨਾ ਡੈਫੀਸਿਟ ਗਵਰਨਮੈਂਟ ਦੇ ਉੱਪਰ, ਇੰਨਾ ਡੈਟ ਸੀ। ਸੋ ਸਿਸਟਮ ਨੂੰ ਇੰਪਰੂਵ ਕਰਨ ਲਈ ਕਈ ਵਾਰ ਕਾਫੀ ਟਾਈਮ ਲੱਗਦਾ, ਲੇਕਿਨ ਉਹਦੇ ਬਾਵਜੂਦ ਜਿੱਦਾਂ ਮੈਂ ਕਿਹਾ ਵਿੱਚੋਂ ਕੋਵਿਡ ਆ ਗਿਆ, ਜਿਹੜਾ ਆਪਾਂ 100 ਸਾਲ ਦੇ ਵਿੱਚ ਕਦੀ ਦੇਖਿਆ ਨਹੀਂ ਆ। ਅਸੀਂ ਵਿਸ਼ ਕਰਦੇ ਕਿ ਇਦਾਂ ਦਾ ਕਿਸੇ ਗਵਰਨਮੈਂਟ ਦੇ ਉੱਪਰ ਨਾ ਪੈਂਡੈਮਿਕ ਨਾ ਆਵੇ, ਕਿਉਂਕਿ ਜਿਹੜਾ ਸਾਰਾ ਫੋਕਸ ਸੀ ਸਾਰਾ ਲੋਕਾਂ ਦੀ ਆਪਣੀ ਕਹਿ ਲਓ ਜਾਨ ਨੂੰ ਬਚਾਉਣ ਦੇ ਲਈ, ਹੈਲਥ ਐਂਡ ਸੇਫਟੀ ਨੂੰ ਪ੍ਰੋਟੈਕਟ ਕਰਨ ਦੇ ਲਈ ਗਵਰਨਮੈਂਟ ਦਾ ਰਿਹਾ। ਸੋ ਜਿਹੜੇ ਵੀ ਆਉਣ ਵਾਲੇ ਮੁੱਦੇ ਹੋਣਗੇ ਜੀ, ਕਾਫੀ ਚੀਜ਼ਾਂ ਜਿਹੜੀਆਂ ਬਰੈਂਪਟਨ ਦੀ, ਜਿੱਦਾਂ ਮੈਂ ਕਿਹਾ ਹਸਪੀਟਲ ਬੜੀ ਦੇਰ ਤੋਂ ਡਿਮਾਂਡ ਸੀ, ਮੈਡੀਕਲ ਸਕੂਲ ਦੀ ਬੜੀ ਦੇਰ ਤੋਂ ਸੀ, ਹਾਈਵੇ 413, ਲੌਂਗ ਟਰਮ ਕੇਅਰ ਹੋਮ ਦੀ ਆਪਾਂ ਗੱਲ ਕਰਦੇ ਹਾਂ। ਇਹ ਸਾਰੇ ਚੀਜ਼ਾਂ ਜਿਹੜੀਆਂ ਬੜੀ ਪੁਰਾਣੇ 10-15 ਸਾਲ ਤੋਂ ਲੰਮਕਦੀਆਂ ਆ ਰਹੀ ਸੀ। ਸੋ ਹੋਰ ਵੀ ਜਿਹੜੇ ਇਸ਼ੂਜ਼ ਹੋਣਗੇ ਲੋਕਾਂ ਦੀ, ਜੋ ਸਾਨੂੰ ਸਾਡਾ ਤੇ ਫਰਜ਼ ਹੈ ਜੀ, ਲੋਕ ਜਿਹੜੇ ਇਸ਼ੂਜ਼ ਲੈ ਕੇ ਆਉਂਦੇ ਉਹਨਾਂ ਨੂੰ ਉੱਥੋਂ ਜਾ ਕੇ ਗਵਰਨਮੈਂਟ ਤੱਕ, ਪ੍ਰੀਮੀਅਰ ਤੱਕ, ਮਿਨਿਸਟਰੀਜ਼ ਤੱਕ ਪਹੁੰਚਾਉਣਾ। ਜੀ, ਪੈਂਡੈਮਿਕ ਦੀ ਗੱਲ ਕਰੀਏ ਤਾਂ ਪੈਂਡੈਮਿਕ ਨੂੰ ਅਸੀਂ ਸਾਰਿਆਂ ਨੇ ਦੇਖਿਆ ਕਿ ਸਰਕਾਰ ਨੇ ਬਹੁਤ ਚੰਗੀ ਤਰ੍ਹਾਂ ਉਸ ਨੂੰ ਹੈਂਡਲ ਵੀ ਕੀਤਾ, ਪਰ ਹੁਣ ਇਹ ਵੀ ਸਿਖਾ ਦਿੱਤਾ ਗਿਆ ਹੈ ਕਿ ਪੈਂਡੈਮਿਕ ਲਈ ਇੱਕ ਪ੍ਰੀਪੇਅਰਡਨੈਸ ਪਲਾਨ ਹੋਣਾ ਚਾਹੀਦਾ ਹੈ। ਤੇ ਕੀ ਹੁਣ ਅੱਗੇ ਚੱਲ ਕੇ ਤੁਹਾਡੇ ਪਲੇਟਫਾਰਮ ਵਿੱਚ ਪੈਂਡੈਮਿਕ ਪ੍ਰੀਪੇਅਰਡਨੈਸ ਪਲਾਨ ਹੈਗਾ? ਬਹੁਤ ਵਧੀਆ ਕੁਐਸਚਨ ਆ ਜੀ। ਦੇਖੋ ਗਵਰਨਮੈਂਟ ਜਿਹੜੀ ਆ, ਮੈਂ ਪਹਿਲਾਂ ਤਾਂ ਡਗਫੋਰਡ ਸਾਹਿਬ ਸਾਡੇ ਜਿਹੜੇ ਪ੍ਰੀਮੀਅਰ ਕੋਵਿਡ ਦੇ ਵਿੱਚ ਆਪਾਂ ਦੇਖੀਏ ਹਰ ਦਿਨ ਲਗਾਤਾਰ ਉਹਨਾਂ ਨੇ ਆ ਕੇ ਮੀਡੀਆ ਦੇ ਰੂਬਰੂ ਹੋਏ ਆ ਜੀ। ਕਦੀ ਕਹਿ ਲਓ ਕਿ ਆਪਣੀ ਜਾਨ ਨੂੰ ਕਹਿ ਲਓ ਖਤਰੇ 'ਚ ਪਾ ਕੇ ਰੋਜ਼ ਲੋਕਾਂ ਦੇ ਸਾਹਮਣੇ ਆਉਣਾ, ਮੀਡੀਆ ਦੇ ਸਾਹਮਣੇ ਆਉਣਾ। ਪੀਪੀ ਆਪਾਂ ਦੇਖਦੇ ਹੋ ਆਪ ਜਾ ਕੇ ਉੱਥੇ ਚੁੱਕ ਕੇ ਲਿਆਉਂਦੇ ਸੀ ਇਕਵਿਪਮੈਂਟਸ ਜਿਹੜੇ ਹੈਗੇ ਆ। ਤੇ ਇਹ ਜਿਹੜਾ ਸਮਾਂ ਜੀ ਬਹੁਤ ਔਖਾ ਨਿਕਲਿਆ ਆਪਣੀ ਕਮਿਊਨਿਟੀ ਦੇ ਉੱਪਰ, ਸਪੈਸ਼ਲੀ ਆਪਣੀ ਬਿਜ਼ਨਸ ਕਮਿਊਨਿਟੀ ਦੇ ਉੱਪਰ ਕਾਫੀ ਔਖਾ ਨਿਕਲਿਆ। ਅਤੇ ਗਵਰਨਮੈਂਟ ਨੇ ਹਰ ਤਰੀਕੇ ਨਾਲ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਆ, ਚਾਹੇ ਉਹ ਆਪਣੀਆਂ ਬਿਜ਼ਨਸ ਗ੍ਰਾਂਟਸ ਜਿਹੜੀਆਂ ਦਿੱਤੀਆਂ ਲੋਕਾਂ ਨੂੰ, 3 ਬਿਜ਼ਨਸ ਗ੍ਰਾਂਟ, ਹਾਈਡਰੋ ਬਿੱਲ ਉਹਨਾਂ ਦੇ ਕਵਰ ਕੀਤੇ, ਉਹਨਾਂ ਦਾ ਜਿਹੜਾ ਰੈਂਟ ਕੰਟਰੋਲ ਜਿਹੜਾ ਰੈਂਟ ਪ੍ਰੋਗਰਾਮ ਸੀ ਜੀ, ਉਹਨੂੰ ਲੋਕਾਂ ਦਾ ਰੈਂਟ ਜਿਹੜਾ ਗਵਰਨਮੈਂਟ ਨੇ ਕਵਰ ਕੀਤਾ, ਗੈਸ ਬਿਲਸ ਜਿਹੜੇ ਉਹ ਕਵਰ ਕੀਤੇ। ਸੋ ਕਾਫੀ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਜਿਹੜਾ ਸਾਡਾ ਪਲਾਨ ਹੈਗਾ ਜੀ ਕਿ ਇਕਨੋਮੀ ਨੂੰ ਬੈਕ ਔਨ ਟਰੈਕ ਕਿੱਦਾਂ ਲੈ ਕੇ ਆਉਣਾ, ਕਿਉਂਕਿ ਸਪੈਸ਼ਲੀ ਆਪਾਂ ਦੇਖਦੇ ਹਾਂ ਇਨਫਲੇਸ਼ਨ ਕੋਵਿਡ ਤੋਂ ਬਾਅਦ ਕਾਫੀ ਵੱਧ ਚੁੱਕੀ ਆ। ਘਰਾਂ ਦੇ ਪ੍ਰਾਈਸਿਸ ਦੀ ਗੱਲ ਕਰਦੇ ਜਾਂ ਹੋਰ ਚੀਜ਼ਾਂ, ਸਾਡੀ ਗਵਰਨਮੈਂਟ ਦਾ ਪਲਾਨ ਹੈਗਾ ਕਿ ਲੋਕਾਂ ਦੀ ਜੇਬ ਦੇ ਵਿੱਚ ਕਿੱਦਾਂ ਪੈਸਾ ਵਾਪਸ ਪਾਉਣਾ, ਜਿਹਨੂੰ ਅਸੀਂ ਚਾਹੇ ਲਾਇਸੈਂਸ ਪਲੇਟ ਸਟਿੱਕਰ ਆਪਾਂ ਐਲੀਮੀਨੇਟ ਕੀਤੇ ਆ ਜੀ, ਪ੍ਰੋਵਿੰਸ਼ੀਅਲ ਗੈਸ ਟੈਕਸ ਜਿਹੜਾ ਉਹਨੂੰ ਘਟਾ ਰਹੇ ਆ। ਜਿਹੜੇ ਭੈਣ ਭਰਾ $50,000 ਜਿਨ੍ਹਾਂ ਦੀ ਇਨਕਮ ਹੈਗੀ ਉਹਨਾਂ ਦੇ ਉੱਤੋਂ ਨੋ ਇਨਕਮ ਟੈਕਸ ਜਿਹੜਾ ਪ੍ਰੋਵਿੰਸ਼ੀਅਲ ਇਨਕਮ ਟੈਕਸ ਆ ਜੀ ਉਹ ਨਹੀਂ ਲੱਗੂਗਾ। ਹੋਰ ਕਾਫੀ ਚੀਜ਼ਾਂ ਜਿਹੜੀਆਂ ਆਪਾਂ ਕਰ ਰਹੇ ਹਾਂ ਕਿ ਲੋਕਾਂ ਦੀ ਜਿਹੜਾ ਕਹਿ ਲਓ ਕਿ ਅਫੋਰਡੇਬਿਲਿਟੀ ਨੂੰ ਧਿਆਨ 'ਚ ਰੱਖਦੇ ਹੋਏ ਕਿ ਲੋਕਾਂ ਦੀ ਲਾਈਫ ਅਫੋਰਡੇਬਲ ਬਣਾਈ ਜਾਵੇ। ਅਤੇ ਇੱਕ ਨਾਲ ਦੀ ਨਾਲ ਜਿਹੜਾ ਬਜਟ 'ਚ ਅਸੀਂ ਕੀਤਾ ਕਿ ਪਲਾਨ ਟੂ ਸਟੇ ਓਪਨ, ਕੱਲ੍ਹ ਨੂੰ ਕੋਈ ਇੱਦਾਂ ਦਾ ਪੈਂਡੈਮਿਕ ਦੁਬਾਰਾ ਆਉਂਦਾ ਵਾ, ਗਵਰਨਮੈਂਟ ਪੂਰੀ ਪ੍ਰੀਪੇਅਰਡ ਹੈ। ਹੁਣ ਆਪਣੇ ਇੱਥੇ ਕਹਿ ਲਓ ਕਿ ਆਪਣਾ ਪਹਿਲਾਂ ਜਦੋਂ ਸਟਾਰਟਿੰਗ ਦੇ ਵਿੱਚ ਆਪਾਂ ਦੇਖਦੇ ਹਾਂ ਜੀ ਕੋਈ ਇੱਥੇ ਆਪਣੇ ਕੋਲ ਈਵਨ ਮਾਸਕ ਪਾਉਣ ਨੂੰ ਸੀ ਹੈਗੇ, ਸੈਨੀਟਾਈਜ਼ਰ ਨਹੀਂ ਸੀ ਹੈਗੇ। ਸੋ ਹੁਣ ਗਵਰਨਮੈਂਟ ਪੂਰੇ ਤਰੀਕੇ ਨਾਲ ਪ੍ਰੀਪੇਅਰਡ ਆ। ਕੱਲ੍ਹ ਨੂੰ ਕੋਈ ਪੈਂਡੈਮਿਕ ਆਉਂਦਾ ਕਿ ਅੰਟਾਰੀਓ ਓਪਨ ਕਿੱਦਾਂ ਰੱਖ ਸਕਦੇ ਹਾਂ ਆਪਾਂ, ਨਵੀਆਂ ਜੌਬਸ ਜਿਹੜੀਆਂ ਕਿੰਨੀਆਂ ਕ੍ਰੀਏਟ ਕਰ ਰਹੇ ਹਾਂ। 3 ਲੱਖ ਜੌਬਸ ਜਿਹੜੀਆਂ ਅਜੇ ਅੰਟਾਰੀਓ ਦੇ ਵਿੱਚ ਫਿਲ ਹੋਣੀਆਂ ਬਾਕੀ ਹੈ ਜੀ। ਸੋ ਇੱਦਾਂ ਦਾ ਇਨਵਾਇਰਮੈਂਟ ਬਣਾ ਰਹੇ ਕਿ ਜੌਬਸ ਕ੍ਰੀਏਟ ਹੋਣ, ਆਪਣੀ ਇਕਨੋਮੀ ਜਿਹੜੀ ਉਹਨੂੰ ਬੈਕ ਔਨ ਟਰੈਕ ਲੈ ਕੇ ਆਈਏ, ਡੈਫੀਸਿਟ ਜਿਹੜਾ ਜੀ ਉਹਨੂੰ ਬੈਲੈਂਸ ਕੀਤਾ ਜਾਵੇ ਬਜਟ ਨੂੰ। ਸੋ ਕਾਫੀ ਧਿਆਨ ਦੇ ਨਾਲ ਸਾਡੀ ਗਵਰਨਮੈਂਟ ਹੀ ਹੈ ਜਿਹੜਾ ਸਾਰਾ ਕੁਝ ਕਰ ਸਕਦੀ ਹੈ ਜੀ। ਕਦੋਂ ਤੱਕ ਤੁਹਾਨੂੰ ਲੱਗਦਾ ਹੈ ਕਿ ਜੇ ਪੀਸੀ ਸਰਕਾਰ ਦੁਆਰਾ ਬਣਦੀ ਹੈ ਤੇ ਕਦੋਂ ਤੱਕ ਜਾ ਕੇ ਬਜਟ ਬੈਲੈਂਸ ਹੋ ਸਕਦਾ ਹੈ? ਦੇਖੋ ਜਿੱਦਾਂ ਮੈਂ ਕਿਹਾ ਜੀ, ਜਦੋਂ ਅਸੀਂ ਗਵਰਨਮੈਂਟ ਸਾਡੀ ਬਣੀ ਸੀ 18 ਦੇ ਵਿੱਚ, ਅਸੀਂ $15 ਬਿਲੀਅਨ ਦਾ ਡੈਫੀਸਿਟ ਸੀ ਸਾਡੀ ਗਵਰਨਮੈਂਟ ਦੇ ਉੱਪਰ। ਉਹਨੂੰ ਅਸੀਂ ਸਾਲ 1.5 ਸਾਲ ਦੇ ਵਿੱਚ ਘਟਾ ਕੇ 6-7 ਬਿਲੀਅਨ ਤੇ ਲੈ ਕੇ ਆਂਦਾ ਸੀ। ਲੇਕਿਨ ਕੋਵਿਡ ਦੇ ਵਿੱਚ ਗਵਰਨਮੈਂਟ ਨੇ ਕੋਈ ਵੀ ਇਹ ਨਹੀਂ ਕੀਤਾ ਕਿ ਦੇਖੋ ਜੀ ਕੋਈ ਵੀ ਐਕਸਪੈਂਸ ਸਪੇਅਰ ਨਹੀਂ ਕੀਤਾ, ਕਿਉਂਕਿ ਹੈਲਥ ਐਂਡ ਸੇਫਟੀ ਨੂੰ ਜਦੋਂ ਲੋਕਾਂ ਦੀ ਨੂੰ ਪ੍ਰੋਟੈਕਟ ਕਰਨਾ, ਹੈਲਥ ਕੇਅਰ ਦੇ ਉੱਪਰ ਬਹੁਤ ਜ਼ਿਆਦਾ ਸਪੈਂਡਿੰਗ ਆਪਾਂ ਨੂੰ ਕਰਨੀ ਪਈ ਆ। ਰੈਕਡ ਇਨਵੈਸਟਮੈਂਟ ਜਿਹੜੀਆਂ ਹੈਲਥ ਕੇਅਰ ਦੇ ਵਿੱਚ ਕੀਤੀਆਂ ਵਾ। ਸੋ ਸਾਡਾ ਪਲਾਨ ਹੈਗਾ ਜੀ ਬਜਟ ਜਿਹੜਾ ਵਾ ਇਹਨੂੰ ਜਿੰਨਾ ਜਲਦੀ ਤੋਂ ਜਲਦੀ ਹੋਵੇ, ਨਾਲ ਲੋਕਾਂ ਤੋਂ ਜਿਹੜਾ ਕਹਿ ਲਓ ਕਿ ਜਿਹੜੇ ਲੋਕਾਂ ਦੇ ਹਿੱਤ ਦੇ ਫੈਸਲੇ ਉਹ ਵੀ ਕੀਤੇ ਜਾਣ, ਅਤੇ ਜਿਹੜਾ ਡੈਫੀਸਿਟ ਆ ਜੀ ਉਹਨੂੰ ਵੀ ਬੈਲੈਂਸ ਕੀਤਾ ਜਾਵੇ ਆਉਣ ਵਾਲੇ ਸਾਲਾਂ ਦੇ ਵਿੱਚ। ਸੈਕਿੰਡ ਹਸਪੀਟਲ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ, ਅਸੀਂ ਸਾਰਿਆਂ ਨੇ ਦੇਖਿਆ ਸੀ ਜਦੋਂ ਪ੍ਰੀਮੀਅਰ ਤੇ ਤੁਸੀਂ ਸਾਰੇ MPPs ਉਧਰ ਮੌਜੂਦ ਸੀਗੇ ਪੀਲ ਮੈਮੋਰੀਅਲ, ਤੇ ਇਹ ਐਲਾਨ ਕੀਤਾ ਗਿਆ ਸੀ ਕਿ ਇਸ ਨੂੰ ਫੁੱਲ ਫਲੈਜ ਹਸਪੀਟਲ ਬਣਾਇਆ ਜਾਏਗਾ। ਬੇਸ਼ੱਕ ਆਪੋਜੀਸ਼ਨ ਇਸ ਤੋਂ ਖੁਸ਼ ਨਜ਼ਰ ਨਹੀਂ ਆਈ, ਉਹਨਾਂ ਦਾ ਕਹਿਣਾ ਸੀ ਕਿ ਫੁੱਲ ਫਲੈਜ ਹਸਪੀਟਲ ਇਹ ਨਹੀਂ ਹੋਏਗਾ ਕਿਉਂਕਿ ਐਮਰਜੈਂਸੀ ਹੁਣੇ ਵੀ ਕੰਮ ਕਰ ਰਿਹਾ। ਬਟ ਜੇ ਅਸੀਂ ਬਰੈਂਪਟਨ ਦੀ ਪੋਪੂਲੇਸ਼ਨ ਵੱਲ ਦੇਖੀਏ, ਤੁਹਾਡੀ ਐਡੀ ਵੱਡੀ ਰਾਈਡਿੰਗ ਹੈਗੀ ਹੈ, ਜਾਂ ਜਿਸ ਤਰ੍ਹਾਂ ਬਰੈਂਪਟਨ ਦੀ ਪੋਪੂਲੇਸ਼ਨ ਗਰੋ ਹੋ ਰਹੀ ਹੈ ਕਿਉਂਕਿ ਡਿਵੈਲਪਮੈਂਟਸ ਬਹੁਤ ਹੋ ਰਹੀਆਂ, ਹਾਊਸਿੰਗ ਬਹੁਤ ਆ ਰਿਹਾ, ਤੇ ਤੁਹਾਨੂੰ ਲੱਗਦਾ ਹੈ ਕਿ ਇੱਕ ਹੋਰ ਹਸਪੀਟਲ ਜੇ ਬਣ ਵੀ ਜਾਂਦਾ ਹੈ ਤਾਂ ਵੀ ਉਹ ਬਰੈਂਪਟਨ ਲਈ ਸਫੀਸ਼ੀਐਂਟ ਹੋਏਗਾ? ਕਿਉਂਕਿ ਹੁਣੇ ਵੀ ਐਮਰਜੈਂਸੀ ਵਿੱਚ ਵੇਟ ਟਾਈਮ 5 ਤੋਂ 6 ਘੰਟੇ ਦਾ ਹੈ। ਬਿਲਕੁਲ ਜੀ। ਪਹਿਲਾਂ ਤਾਂ ਦੇਖੋ ਜਿਹੜਾ ਮੈਨੂੰ ਲੱਗਦਾ ਨਵਾਂ ਹਸਪੀਟਲ ਬਣੂਗਾ, ਸਟੇਟ ਆਫ ਦੀ ਆਰਟ ਫੈਸਿਲਿਟੀ ਇੱਕ ਹੋਊਗੀ, 350 ਬੈੱਡ ਹੋਊਗਾ, 24/7 ਐਮਰਜੈਂਸੀ ਸਰਵਿਸਿਜ਼ ਹੋਣਗੀਆਂ।
ਨਵਾਂ ਇਨਪੇਸ਼ੈਂਟ ਵਿੰਗ ਹੋਊਗਾ ਜਿਹੜਾ ਹੁਣ ਉਹ ਪੀਲ ਮੈਮੋਰੀਅਲ ਹੈਗਾ ਜੀ ਇੱਕ ਅਰਜੈਂਟ ਕੇਅਰ ਸੈਂਟਰ ਦੇ ਤੌਰ ਤੇ ਕੰਮ ਕਰਦਾ ਵਾ। ਸਵੇਰੇ 9-10 ਵਜੇ ਖੁੱਲਦਾ, ਸ਼ਾਮੀ 6-7 ਵਜੇ ਬੰਦ ਹੋ ਜਾਂਦਾ। ਉੱਥੇ ਕੋਈ ਸਰਜਰੀ ਨਹੀਂ ਹੁੰਦੀ, ਕੋਈ ਬੈੱਡਸ ਨਹੀਂ ਹੈਗੇ। ਸੋ ਮੈਨੂੰ ਲੱਗਦਾ ਜਦੋਂ ਇਹ ਹਸਪੀਟਲ ਬਣੂਗਾ ਕਾਫੀ ਹੱਦ ਤੱਕ ਜਿਹੜਾ ਉੱਥੋਂ ਪ੍ਰੈਸ਼ਰ ਜਿਹੜਾ ਹੈਗਾ ਜੀ ਵਿਲੀਅਮ ਮੌਸਲਰ ਜਿਹੜਾ ਬਰੈਂਪਟਨ ਸਿਵਿਕ ਤੋਂ ਆਪਾਂ ਕੱਢ ਕੇ ਇੱਥੇ ਹਸਪੀਟਲ ਦੇ ਵਿੱਚ ਆਊਗਾ, ਉਹਦੇ ਨਾਲ ਕਾਫੀ ਫਰਕ ਪਊਗਾ। ਉਹਦੇ ਨਾਲ ਦੀ ਨਾਲ ਜਿੱਦਾਂ ਆਪਾਂ ਗੱਲ ਕੀਤਾ ਹੈਲਥ ਕੇਅਰ ਵਰਕਰਸ ਦੀ ਸ਼ਾਰਟੇਜ ਕਾਫੀ ਆ, ਚਾਹੇ ਡਾਕਟਰਸ ਆ, ਚਾਹੇ ਸਪੈਸ਼ਲਿਸਟ ਹੈਗੇ ਆ, ਚਾਹੇ ਨਰਸਿਸ ਆ। ਤੇ ਜਿਹੜਾ ਮੈਡੀਕਲ ਸਕੂਲ ਬਣੂਗਾ ਜੀ ਉਹ ਵੀ 175 ਗ੍ਰੈਜੂਏਟਸ ਐਵਰੀ ਈਅਰ ਜਿਹੜੇ ਉਹਦੇ ਵਿੱਚ ਹੋਣਗੇ। ਸੋ ਉਹਦੇ ਨਾਲ ਕਾਫੀ ਹੱਦ ਤੱਕ ਜਿਹੜਾ ਇਹ ਪ੍ਰੋਬਲਮ ਜਿਹੜੀ ਸੋਲਵ ਹੋਊਗੀ। ਲੇਕਿਨ ਜੋ ਪਾਪੂਲੇਸ਼ਨ ਗਰੋ ਕਰਦੀ ਆ, ਆਪਾਂ ਕਦੀ ਇਹ ਚੀਜ਼ ਤੋਂ ਨਾ ਨਹੀਂ ਕਰਦੇ ਕਿ ਸ਼ਾਇਦ ਤੀਜੇ ਹਸਪੀਟਲ ਦੀ ਵੀ ਆਪਾਂ ਨੂੰ ਅੱਗੇ ਲੋੜ ਪੈਣੀ ਆ, ਆਫਕੋਰਸ ਪੈਣੀ ਆ। ਸੋ ਸਾਡੀ ਕੋਸ਼ਿਸ਼ ਇਹ ਹੋਊਗੀ ਕਿ ਜਦੋਂ ਸੈਕਿੰਡ ਹਸਪੀਟਲ ਬਣਦਾ ਵਾ ਉਹਨੂੰ ਅਸੈਸ ਕੀਤਾ ਜਾਵੇ ਕਿੱਦਾਂ ਲੋਕਾਂ ਦੇ ਜਿਹੜਾ ਵੇਟ ਟਾਈਮਸ ਘਟੇ ਆ। ਮੈਨੂੰ ਲੱਗਦਾ ਡੈਫੀਨੇਟਲੀ ਉਹਨਾਂ ਵੇਟ ਟਾਈਮ ਕਾਫੀ ਫਰਕ ਪਊਗਾ ਜੀ। ਸੋ ਜੇ ਆਉਣ ਵਾਲੇ ਸਮੇਂ 'ਚ ਲੱਗੂਗਾ ਸਾਨੂੰ ਤੀਜਾ ਹਸਪੀਟਲ, ਬਿਲਕੁਲ ਅਸੀਂ ਉਹਦੇ ਲਈ ਵੀ ਕਮਿਟਡ ਹੋਵਾਂਗੇ ਜੀ। ਹੁਣ ਜਦੋਂ ਤੁਸੀਂ ਡੋਰ ਨੌਕਿੰਗ ਕਰ ਰਹੇ ਹੋ, ਡੈਫੀਨੇਟਲੀ ਲਾਸਟ ਟਾਈਮ ਵੀ ਕੈਂਪੇਨ 'ਚ ਤੁਸੀਂ ਕੀਤੀ ਹੋਣੀ ਹੈ, ਡੋਰ ਨੌਕਿੰਗ ਵਿੱਚ ਕਿਸ ਤਰ੍ਹਾਂ ਦੇ ਮੁੱਦੇ ਨੇ ਜੋ ਤੁਹਾਡੀ ਰਾਈਡਿੰਗ ਦੇ ਲੋਕ ਤੁਹਾਡੇ ਸਾਹਮਣੇ ਰੱਖ ਰਹੇ ਨੇ? ਪਹਿਲਾਂ ਤਾਂ ਲੋਕ ਜੀ ਕਾਫੀ ਐਪਰੀਸ਼ੀਏਟ ਕਰਦੇ ਆ ਕਿ ਜਿਹੜਾ ਡਗ ਫੋਰਡ ਸਾਹਿਬ ਨੇ ਜਿਹੜਾ ਪਿਛਲੇ 2-2.5 ਸਾਲ ਦੇ ਵਿੱਚ ਲੋਕਾਂ ਲਈ ਕੰਮ ਕੀਤਾ ਵਾ ਕੋਵਿਡ ਦੇ ਦਰਮਿਆਨ। ਜਿੱਦਾਂ ਮੈਂ ਕਿਹਾ ਕਿ ਰੋਜ਼ ਆ ਕੇ ਮੀਡੀਆ ਦੇ ਕਹਿ ਲਓ ਕੁਐਸਚਨਸ ਆਨਸਰ ਕਰਨੇ, ਲੋਕਾਂ ਦੇ ਵਿੱਚ ਆਪ ਜਾਣਾ, ਲੋਕ ਉਹਨੂੰ ਐਪਰੀਸ਼ੀਏਟ ਕਰਦੇ ਆ। ਡਿਸਪਾਈਟ ਕੋਵਿਡ ਕਹਿ ਲਓ ਕਿ ਜਿਹੜੀਆਂ ਬਰੈਂਪਟਨ ਲਈ ਡਿਲੀਵਰੀ ਕੀਤੀ ਆਪਾਂ, ਚਾਹੇ ਹਸਪੀਟਲ ਆ, ਚਾਹੇ ਮੈਡੀਕਲ ਸਕੂਲ ਆ, ਚਾਹੇ ਹਾਈਵੇ 413, ਚਾਹੇ ਲੌਂਗ ਟਰਮ ਕੇਅਰ ਹੋਮ ਆ, LRT ਆ, ਲੋਕੀ ਉਹ ਵੀ ਚੀਜ਼ ਨੂੰ ਐਪਰੀਸ਼ੀਏਟ ਕਰਦੇ ਆ। ਬਾਕੀ ਜਿੱਦਾਂ ਕਿਹਾ ਕਾਫੀ ਕੰਮ ਕਈ ਵਾਰ ਹੁੰਦੇ ਆ, ਲੋਕ ਇਹਨਾਂ ਚੀਜ਼ਾਂ ਨਾਲ ਖੁਸ਼ ਆ। ਬਾਕੀ ਲੋਕਾਂ ਦੀ ਹੋਰ ਵੀ ਡਿਮਾਂਡਸ ਹੁੰਦੀਆਂ ਜੀ, ਕਮਿਊਨਿਟੀ ਸੇਫਟੀ ਵੀ ਲੋਕਾਂ ਦੀ ਹੈਗੀ ਆ ਕਿ ਆਪਾਂ ਨੂੰ ਉਹਦੀ ਫੰਡਿੰਗ ਚਾਹੀਦੀ ਆ। ਉਹ ਅਸੀਂ ਗਨਸ ਐਂਡ ਗੈਂਗਸ ਲਈ ਫੰਡਿੰਗ ਜਿਹੜੀ ਪੀਲ ਪੁਲਿਸ ਨੂੰ $21 ਮਿਲੀਅਨ ਦਿੱਤੀ ਆ। ਨਵਾਂ ਪੁਲਿਸ ਸਟੇਸ਼ਨ ਜਿਹੜਾ ਬਰੈਂਪਟਨ ਵੈਸਟ ਦੇ ਵਿੱਚ ਆ ਰਿਹਾ ਵਾ, ਉਹ ਕਾਫੀ ਚੀਜ਼ਾਂ ਐਡਰੈਸ ਕਰੂਗਾ। ਸੋ ਜੋ ਵੀ ਲੋਕਾਂ ਦੀ ਡਿਮਾਂਡ ਹੋਊਗੀ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਾਂ ਇੱਕ ਕਹਿ ਲਓ ਸੇਵਾਦਾਰ ਹੈਗੇ ਆ। ਜੋ ਵੀ ਲੋਕ ਸਾਨੂੰ ਹੁਕਮ ਲਾਉਣਗੇ ਅਸੀਂ ਉੱਥੋਂ ਤੱਕ ਲੈ ਕੇ ਜਾਣਾ, ਪ੍ਰੀਮੀਅਰ ਤੱਕ, ਤੇ ਉਹ ਚੀਜ਼ਾਂ ਦਾ ਹੱਲ ਕਰਵਾਉਣਾ ਜੀ। ਇੱਕ ਮੰਗ ਅਸੀਂ ਹਮੇਸ਼ਾ ਦੇਖੀ ਹੈ, ਹੈਲਥ ਕੇਅਰ ਤਾਂ ਚਲੋ ਹੈਗੀ ਹੈ, ਐਜੂਕੇਸ਼ਨ ਹੈਗੀ ਹੈ, ਇੱਕ ਆਟੋ ਇੰਸ਼ੋਰੈਂਸ ਦੀ ਡਿਮਾਂਡ ਜਿਹੜੀ ਲੋਕਾਂ ਦੀ ਹਮੇਸ਼ਾ ਰਹਿੰਦੀ ਹੈ। ਕੈਂਪੇਨ 'ਚ ਇਹ ਹਰ ਵਾਰ ਇਸ਼ੂ ਦਾ ਬਣਦਾ ਹੈ, ਪਰ ਇਸ ਦਾ ਕੋਈ ਸੋਲਿਊਸ਼ਨ ਅਸੀਂ ਨਹੀਂ ਦੇਖ ਰਹੇ ਹਾਂ ਕਿ ਆਟੋ ਇੰਸ਼ੋਰੈਂਸ ਦਾ ਸੋਲਿਊਸ਼ਨ ਹੋਏਗਾ। ਬਿਲਕੁਲ ਜੀ, ਇੱਕ ਆਟੋ ਇੰਸ਼ੋਰੈਂਸ ਇੱਕ ਇੱਦਾਂ ਦੀ ਫਾਈਲ ਹੈ ਜਿੱਥੇ ਅਸੀਂ ਲਗਾਤਾਰ ਜਦੋਂ ਦੇ ਇਲੈਕਟ ਹੋਏ ਕੰਮ ਕਰ ਰਹੇ ਹਾਂ। ਪਹਿਲੇ ਸਾਲ 1.5 ਸਾਲ ਦੇ ਵਿੱਚ ਸਾਡੀਆਂ ਲਗਾਤਾਰ ਮੀਟਿੰਗਸ ਹੋਈਆਂ, ਬਾਅਦ 'ਚ ਕੋਵਿਡ ਦੇ ਕਰਕੇ ਤੁਹਾਨੂੰ ਪਤਾ ਕਿ ਉਹ ਵੀ ਸਾਰਾ ਵਿੱਚ ਰਹਿ ਗਿਆ। ਲੇਕਿਨ ਜੇ ਬਰੈਂਪਟਨ ਜਿਹੜਾ ਹੁਣ ਹੈਗਾ ਜੀ, ਬਰੈਂਪਟਨ ਇਜ਼ ਨਾਟ ਨੰਬਰ 1 ਐਨੀਮੋਰ। ਜੇ ਆਪਾਂ ਆਟੋ ਇੰਸ਼ੋਰੈਂਸ ਦੀ ਗੱਲ ਕਰੀਏ, ਇਹ ਗਵਰਨਮੈਂਟ ਨਹੀਂ ਕਹਿ ਰਹੀ ਹੈ, ਜਿਹੜੇ ਆਪਣੇ rates.ca ਆ ਜਾਂ ਜਿਹੜਾ ਮੀਡੀਆ ਜਿਹੜਾ ਹੈਗਾ ਉਹ ਕਹਿ ਰਿਹਾ ਕਿ ਬਰੈਂਪਟਨ ਹੁਣ 4ਥੇ ਨੰਬਰ 'ਤੇ ਚਲਾ ਗਿਆ ਵਾ। ਕਾਫੀ ਲੋਕਾਂ ਦੀ ਇੰਸ਼ੋਰੈਂਸ ਘਟੀ ਆ 26% ਉਹਨਾਂ ਦੇ ਅਕੋਰਡਿੰਗਲੀ, ਕਿ 26% ਜਿਹੜੀ ਇੰਸ਼ੋਰੈਂਸ ਜਿਹੜੀ ਘਟੀ ਆ। ਹਰ ਇੱਕ ਦੀ ਨਹੀਂ ਵੀ ਹੋ ਸਕਦਾ ਘਟੀ ਹੋਵੇ, ਕਿਉਂਕਿ ਜਿੱਦਾਂ ਮੈਂ ਗੱਲ ਕਿਹਾ ਟ੍ਰੈਫਿਕ ਕੰਜੈਸ਼ਨ ਜਿਹੜੀ ਆ ਜੀ ਮੇਨ ਘਟਾਉਣ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਜਿਹੜਾ ਤਾਂ ਹੀ ਇਹ ਹਾਈਵੇ ਜਿਹੜਾ ਬਣਨਾ ਬਹੁਤ ਇੰਪੋਰਟੈਂਟ ਹਾਈਵੇ ਆ, ਕਿਉਂਕਿ ਟ੍ਰੈਫਿਕ ਕੰਜੈਸ਼ਨ ਜਦੋਂ ਵੱਧਦੀ ਆ, ਐਕਸੀਡੈਂਟਸ ਜਿਹੜੇ ਜ਼ਿਆਦਾ ਹੁੰਦੇ ਆ, ਜਦੋਂ ਐਕਸੀਡੈਂਟਸ ਜ਼ਿਆਦਾ ਹੁੰਦੇ ਆ, ਇੰਸ਼ੋਰੈਂਸ ਜਿਹੜੀ ਆ ਡੈਫੀਨਿਟਲੀ ਉੱਪਰ ਜਾਂਦੀ ਆ। ਸੋ ਇਹ ਜਿਹੜਾ ਬਜਟ ਆ ਜੀ ਉਹਦੇ ਵਿੱਚ ਅਸੀਂ ਮਲਟੀ ਈਅਰ ਸਟ੍ਰੈਟਜੀ ਬਣਾਈ ਆ ਆਟੋ ਇੰਸ਼ੋਰੈਂਸ ਨੂੰ ਡੀਲ ਕਰਨ ਦੇ ਲਈ। ਇੱਕ ਤਾਂ ਕੰਜ਼ਿਊਮਰ ਨੂੰ ਚੁਆਇਸ ਦੇਣੀ, ਜਿੱਦਾਂ ਹੁਣ ਆਪਾਂ ਜਾਣਦੇ ਹਾਂ ਕਿ ਜਿਹੜੀ ਚੋਇਸ ਨਹੀਂ, ਤੁਹਾਨੂੰ ਇੰਸ਼ੋਰੈਂਸ ਦੇ ਕੰਪਨੀ ਦੇ ਅਕੋਰਡਿੰਗਲੀ ਜਿਹੜੀ ਪਾਲਿਸੀ ਲੈਣੀ ਪੈਂਦੀ ਆ। ਸੋ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਕਾਰ ਦੀ ਵੈਲਿਊ ਲੈਟਸ ਐਗਜ਼ਾਮਪਲ $10,000 ਹੈਗੀ ਆ, ਤੁਹਾਨੂੰ ਲੱਗਦਾ ਕਿ ਤੁਹਾਨੂੰ ਇੱਦਾਂ ਦੀ ਪਾਲਿਸੀ ਚਾਹੀਦੀ ਹੈ ਤੁਹਾਡੇ ਕਾਰ ਦੀ ਲਈ, ਇੰਨਾ ਡਿਡਕਟੇਬਲ ਚਾਹੀਦਾ ਵਾ, ਇੰਨੀ ਲਾਇਬਿਲਿਟੀ ਚਾਹੀਦੀ ਆ, ਤੁਸੀਂ ਆਪਣੇ ਅਕੋਰਡਿੰਗਲੀ ਪਾਲਿਸੀ ਚੂਜ਼ ਕਰ ਸਕਦੇ ਆ। ਉਹਦੇ ਨਾਲ ਦੀ ਨਾਲ ਫਰਾਡ ਜਿਹੜਾ ਜੀ ਬਰੈਂਪਟਨ ਦੇ ਵਿੱਚ ਆਪਾਂ ਦੇਖਦੇ ਹਾਂ, ਇੰਸ਼ੋਰੈਂਸ ਕੰਪਨੀਆਂ ਨਾਲ ਮੀਟਿੰਗ ਵੀ ਹੁੰਦੀ ਆ, ਇਹ ਚੀਜ਼ ਬਾਰ-ਬਾਰ ਉੱਠ ਕੇ ਆਉਂਦੀ ਕਿ ਫਰਾਡ ਜਿਹੜਾ ਬਰੈਂਪਟਨ 'ਚ ਬਹੁਤ ਜ਼ਿਆਦਾ ਹੁੰਦਾ ਵਾ। ਸੋ ਫਰਾਡ ਨੂੰ ਟੈਕਲ ਕਰਨ ਦੇ ਲਈ ਵੀ ਜਿਹੜਾ ਗਵਰਨਮੈਂਟ ਇੱਕ ਸਟ੍ਰੈਟਜੀ ਬਣਾਈ ਆ, ਡਿਜੀਟਲਾਈਜੇਸ਼ਨ ਕਰਨੀ। ਸੋ ਮਲਟੀ ਈਅਰ ਸਟ੍ਰੈਟਜੀ ਹੈਗੀ ਹੈ। ਇੱਕ ਬ੍ਰੋਕਨ ਸਿਸਟਮ ਜਿਹੜਾ ਅਸੀਂ ਇਨਹੈਰਿਟ ਕੀਤਾ ਸੀ ਪਿਛਲੇ 15 ਸਾਲ ਲਿਬਰਲ ਗਵਰਨਮੈਂਟ ਰਹਿ ਗਈ ਹੈ, ਜਿਹਨੇ ਕੁਛ ਨਹੀਂ ਕੀਤਾ। ਸੋ ਇਹ ਬ੍ਰੋਕਨ ਸਿਸਟਮ ਨੂੰ ਇਨਹੈਰਿਟ ਕਰਕੇ ਇਹਨੂੰ ਅਸੀਂ ਚੇਂਜਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਡੈਫੀਨਿਟਲੀ ਇਹ 'ਤੇ ਕੰਮ ਜਿਹੜਾ ਲਗਾਤਾਰ ਕਰਦੇ ਰਹਾਂਗੇ ਤਾਂ ਕਿ ਲੋਕਾਂ ਨੂੰ ਰਿਲੀਫ ਦਿੱਤੀ ਜਾ ਸਕੇ ਜੀ। ਆਟੋ ਇਨਵੈਸਟਮੈਂਟ ਅਸੀਂ ਦੇਖਿਆ ਕਿ ਕਾਫੀ ਇਨਵੈਸਟਮੈਂਟ ਹੋ ਰਹੀ ਹੈ। ਅੱਜ ਦਾ ਵੀ ਜਿਹੜਾ ਪ੍ਰੀਮੀਅਰ ਦਾ ਐਲਾਨ ਰਿਹਾ, ਖਾਸ ਤੌਰ 'ਤੇ ਇਸੇ ਨੂੰ ਟਾਰਗੇਟ ਕੀਤਾ ਗਿਆ। ਆਟੋ ਇਨਵੈਸਟਮੈਂਟ ਦੇ ਸੰਬੰਧ ਵਿੱਚ ਅੱਗੇ ਜਿਹੜਾ ਤੁਹਾਨੂੰ ਲੱਗਦਾ ਹੈ ਕਿ 2030 ਦਾ ਜਿਹੜਾ ਟਾਰਗੇਟ ਹੈਗਾ ਉਸ ਨੂੰ ਪੂਰਾ ਕਰ ਲਿਆ ਜਾਏਗਾ? ਬਿਲਕੁਲ ਜੀ, ਬਰੈਂਪਟਨ ਦੇ ਵਿੱਚ ਜੇ ਮੈਂ ਗੱਲ ਕਰਾਂ, ਜਿਹੜਾ ਪਲਾਂਟ ਹੈਗਾ ਸਟੈਲੈਂਟਿਸ ਜਿਹੜਾ ਹੈਗਾ ਵਾ ਜੀ, ਉੱਥੇ ਆਪਾਂ $1.15 ਬਿਲੀਅਨ ਦੀ ਜਿਹੜੀ ਇਨਵੈਸਟਮੈਂਟ ਕਰ ਰਹੇ ਹਾਂ ਇਲੈਕਟ੍ਰਿਕ ਵਹੀਕਲ ਬਣਾਉਣ ਦੇ ਲਈ। ਹਾਂਜੀ, ਸੋ ਉਹਦੇ ਨਾਲ ਦੀ ਨਾਲ ਵਿੰਡਜ਼ਰ ਦੇ ਵਿੱਚ ਆਪਾਂ ਕਰ ਰਹੇ ਹਾਂ ਟੋਟਲ $4 ਬਿਲੀਅਨ ਦੀ ਇਨਵੈਸਟਮੈਂਟ ਕਰ ਰਹੇ ਹਾਂ, ਕਿਉਂਕਿ ਮੈਨੂਫੈਕਚਰਿੰਗ ਜਿਹੜੀ ਰਾਈਟ ਹੇਅਰ ਇਨ ਬਰੈਂਪਟਨ ਦੇ ਵਿੱਚ ਹੋਊਗੀ, ਉਹਨਾਂ ਜੋਬਾਂ ਜਿਹੜੀਆਂ ਕ੍ਰੀਏਟ ਹੋਣਗੀਆਂ। ਆਪਣਾ ਜਿਹੜਾ ਟਾਰਗੇਟ ਹੈਗਾ ਕਿ ਕਹਿ ਲਓ ਕਿ ਜ਼ੀਰੋ ਐਮਿਸ਼ਨ ਕਰਨਾ ਬਾਈ 2030, ਉਹਦੇ ਆਪਾਂ ਕਾਫੀ ਜਦੋਂ ਇਲੈਕਟ੍ਰਿਕ ਵਹੀਕਲ ਬਣਨਗੇ, ਜੋਬਾਂ ਉਹਦੇ ਨਾਲ ਜ਼ਿਆਦਾ ਕ੍ਰੀਏਟ ਹੋਣਗੀਆਂ, ਲੋਕਾਂ ਨੂੰ ਰੁਜ਼ਗਾਰ ਮਿਲੂਗਾ। ਜਿਹੜੀਆਂ ਬਰੈਂਪਟਨ ਦੇ ਵਿੱਚ ਇੱਕ ਜੀਪ ਵੀ ਬਣੂਗੀ, ਜਿਹੜੀ ਇੱਥੇ ਬਣੂਗੀ ਜੀ ਬਰੈਂਪਟਨ ਦੇ ਵਿੱਚ, ਇਲੈਕਟ੍ਰਿਕ ਜੀਪ ਜਿਹੜੀ ਬਣੂਗੀ। ਸੋ ਸਾਡਾ ਟਾਰਗੇਟ ਇਹ ਹੈਗਾ ਜੋਬਸ ਜਿਹੜੀਆਂ ਕ੍ਰੀਏਟ ਕੀਤੀਆਂ ਜਾਣ, ਕਿਉਂਕਿ ਪਹਿਲਾਂ ਜਿਹੜੀ ਗਵਰਨਮੈਂਟ ਹੈਗੀ ਸੀ ਜੀ, ਉਹਨਾਂ ਨੇ ਇੱਕ ਤਾਂ ਰੈਗੂਲੇਸ਼ਨਸ ਬਹੁਤ ਜ਼ਿਆਦੀਆਂ ਅੰਟਾਰੀਓ ਦੇ ਵਿੱਚ ਹੈਗੀਆਂ ਸੀ, hundreds of thousands of ਜਿਹੜੀਆਂ ਰੈਗੂਲੇਸ਼ਨਸ ਆ, ਉਹਨੂੰ ਰੈਗੂਲੇਸ਼ਨਸ ਨੂੰ ਅਸੀਂ ਕੱਟ ਕਰ ਰਹੇ ਹਾਂ, ਰੈਡ ਟੇਪ ਨੂੰ ਕੱਟ ਕਰ ਰਹੇ ਹਾਂ,
ਤਾਂ ਕਿ ਜਿਹੜਾ ਪ੍ਰੋਸੈਸ ਜਿਹੜਾ ਸਮੂਥ ਬਣਾਇਆ ਜਾਵੇ, ਲੋਕਾਂ ਦੀ ਜੌਬਸ ਕ੍ਰੀਏਟ ਹੋਣ ਤੇ ਲੋਕਾਂ ਨੂੰ ਜਿਹੜੀ ਰਿਲੀਫ ਮਿਲੇ। ਸਪੈਸ਼ਲੀ ਆਪਾਂ ਦੇਖਦੇ ਗੈਸ ਪ੍ਰਾਈਸਿਸ ਜਦੋਂ ਉੱਪਰ ਜਾ ਰਹੇ ਆ ਤੇ ਆਪਾਂ ਨੂੰ ਜ਼ਰੂਰਤ ਆ ਕਿ ਇਲੈਕਟ੍ਰਿਕ ਵਹੀਕਲ ਦੀ ਪਲੱਸ ਐਮਿਸ਼ਨ ਨੂੰ ਘਟਾਉਣ ਦੇ ਲਈ ਵੀ ਇਲੈਕਟ੍ਰਿਕ ਵਹੀਕਲ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਅਸੀਂ ਦੇਖਿਆ ਕਿ ਬਿਲਕੁਲ ਜਦੋਂ ਇਲੈਕਸ਼ਨ ਅਨਾਊਂਸ ਹੋਣੀ ਸੀ ਉਸ ਤੋਂ ਪਹਿਲਾਂ ਜਿਹੜਾ ਬਜਟ ਰਿਲੀਜ਼ ਕੀਤਾ ਗਿਆ, ਹਾਲਾਂਕਿ ਉਹ ਬਜਟ ਪਾਸ ਨਹੀਂ ਹੋਇਆ ਸੀ। ਹੁਣ ਜੇ ਪੀਸੀ ਪਾਰਟੀ ਦੀ ਦੁਬਾਰਾ ਸਰਕਾਰ ਬਣਦੀ ਹੈ, ਕਿਉਂਕਿ ਉਹੀ ਬਜਟ ਕਿਤੇ ਨਾ ਕਿਤੇ ਇਲੈਕਸ਼ਨ ਪਲੇਟਫਾਰਮ ਹੋ ਗਿਆ, ਤੇ ਉਸੇ ਬਜਟ ਤੇ ਅੱਗੇ ਕੰਮ ਕੀਤਾ ਜਾਏਗਾ ਜਾਂ ਕੁਝ ਚੇਂਜਸ ਦੇਖਾਂਗੇ ਅਸੀਂ? ਬਿਲਕੁਲ ਜੀ, ਉਸੇ ਬਜਟ ਦੇ ਉੱਪਰ ਕੰਮ ਕੀਤਾ ਜਾਊਗਾ, ਕਿਉਂਕਿ ਜਿੱਦਾਂ ਮੈਂ ਕਿਹਾ ਬਜਟ ਜਿਹੜਾ ਬਹੁਤ ਇੰਪੋਰਟੈਂਟ ਬਜਟ ਹੈ। ਇੱਕ ਤਾਂ ਆਪਣੇ ਇਕਨੋਮੀ ਨੂੰ ਬੈਕ ਔਨ ਟਰੈਕ ਲੈ ਕੇ ਆਉਣ ਦੇ ਲਈ, ਮੇਕ ਸ਼ੋਰ ਕਿ ਇੰਟੀਰੀਅਰ ਵਿਲ ਸਟੇ ਓਪਨ, ਜੌਬਸ ਕਿੱਦਾਂ ਕ੍ਰੀਏਟ ਕਰਨੀਆਂ ਵਾ, ਡੈਫਿਸਿਟ ਨੂੰ ਅਸੀਂ ਕਿੱਦਾਂ ਘਟਾਉਣਾ ਵਾ, ਸਾਡੇ ਬਿਜ਼ਨਸ ਜਿਹੜੇ ਹੈਗੇ ਉਹਨਾਂ ਦੀ ਕਿੱਦਾਂ ਸਪੋਰਟ ਕਰਨੀ ਆ, ਇੱਕ ਇਨਵਾਇਰਨਮੈਂਟ ਇੱਦਾਂ ਦਾ ਬਣਾਉਣਾ ਕਿ ਜਿਹੜੇ ਬਿਜ਼ਨਸ ਜਿਹੜੇ ਆ ਅੰਟਾਰੀਓ ਦੇ ਵਿੱਚ ਆ ਕੇ ਇਨਵੈਸਟਮੈਂਟ ਕਰਨ, ਤਾਂ ਕਿ ਜਿਹੜੀਆਂ ਜੌਬਸ ਕ੍ਰੀਏਟ ਹੋਣ, ਹਾਈਲੀ ਪੇਡ ਜੌਬਸ ਜਿਹੜੀਆਂ, ਚਾਹੇ ਆਪਾਂ ਸਕਿੱਲ ਟ੍ਰੇਡ ਦੀ ਗੱਲ ਕਰੀਏ, ਗਵਰਨਮੈਂਟ ਕਾਫੀ ਇਹਦੇ ਉੱਪਰ ਫੋਕਸ ਕਰ ਰਹੀ ਹੈ। ਸਕਿੱਲ ਟ੍ਰੇਡਸ ਜਿਹੜੇ ਆ ਜੀ ਉਹਦੇ ਉੱਪਰ $60-65 ਪਰ ਆਵਰ ਜਿਹੜੀ ਜੌਬ ਉਹਦੀ ਹੁੰਦੀ ਆ, ਹਾਈਲੀ ਪੇਡ ਜੌਬਸ ਆ, ਉਹਨਾਂ ਦੀ ਲੋਕਾਂ ਦੇ ਵਿੱਚ ਅਵੇਅਰਨੈਸ ਘੱਟ ਆ। ਉਹਦੇ ਅਸੀਂ ਕਾਲਜਿਸ ਜਿਹੜੇ ਬਣਾ ਰਹੇ ਹਾਂ ਜੀ, ਸਕਿੱਲ ਟ੍ਰੇਡ ਦੇ ਉੱਪਰ ਫੋਕਸ ਕਾਫੀ ਕਰ ਰਹੇ ਹਾਂ। ਸੋ ਇਹ ਬਜਟ ਜਿਹੜਾ ਕਾਫੀ ਇੰਪੋਰਟੈਂਟ ਆ। ਸਾਡੀ ਗਵਰਨਮੈਂਟ ਜਿਹੜੀ ਹੈਗੀ ਆ ਆਪਣੀ ਇਕਨੋਮੀ ਨੂੰ ਬੈਕ ਔਨ ਟਰੈਕ ਲੈ ਕੇ ਆਊਗੀ, ਜੌਬਸ ਕ੍ਰੀਏਟ ਕਰੂਗੀ, ਅਨਲਾਈਕ ਜਿਹੜੀਆਂ ਦੂਜੀਆਂ ਗਵਰਨਮੈਂਟ ਜਿਹੜੀਆਂ ਇਲੈਕਸ਼ਨ ਲਾ ਕੇ ਆ ਕੇ ਵਾਅਦੇ ਕਰਦੀਆਂ ਵਾ। ਇਹ ਜਿਹੜੇ ਤੁਹਾਨੂੰ ਮੈਂ ਚੀਜ਼ਾਂ ਸਾਰੀਆਂ ਗਣਾਈਆਂ ਜੀ, ਇਹ ਸਾਰੀਆਂ ਅਸੀਂ ਬਜਟ ਦੇ ਵਿੱਚ ਆਲਰੇਡੀ ਕਰ ਚੁੱਕੇ ਹਾਂ। ਚਾਹੇ ਹਸਪੀਟਲ ਦੀ ਗੱਲ ਕਰੀਏ, ਚਾਹੇ ਮੈਡੀਕਲ ਸਕੂਲ ਦੀ, ਚਾਹੇ ਹਾਈਵੇ 413 ਦੀ, ਇਹ ਸਾਰੀਆਂ ਚੀਜ਼ਾਂ ਬਜਟ ਦੇ ਵਿੱਚ ਹੈਗੀਆਂ, ਉਹਨਾਂ ਦੀ ਆਲਰੇਡੀ ਮਨੀ ਜਿਹੜੀ ਸਾਈਡ ਤੇ ਰੱਖੀ ਗਈ ਆ। ਸੋ ਇਹ ਕੋਈ ਇਲੈਕਸ਼ਨ ਵਾਅਦੇ ਨਹੀਂ ਹੈਗੇ ਜਿੱਦਾਂ ਲਿਬਰਲ ਵਾ ਕਰ ਦਿੰਦੇ ਆ ਇਲੈਕਸ਼ਨ ਤੋਂ ਪਹਿਲਾਂ ਕਿ ਅਸੀਂ ਆਹ ਕਰਾਂਗੇ ਜੀ, ਮਹੀਨਾ ਪਹਿਲਾਂ ਐਨਡੀਪੀ ਕਹਿੰਦੇ ਆਹ ਕਰਾਂਗੇ, ਇੰਸ਼ੋਰੈਂਸ ਸਾਡੀ ਘੱਟ ਕਰ ਦਾਂਗੇ, ਬਾਅਦ 'ਚ ਉੱਥੇ ਜਾ ਕੇ ਜਦੋਂ ਗਵਰਨਮੈਂਟ ਬਣਦੀ ਕੁਛ ਵੀ ਨਹੀਂ ਕਰਦੇ। ਸੋ ਸਾਡੀ ਗਵਰਨਮੈਂਟ ਦੇ ਡਗਫੋਰਟਸ ਜਿਹੜੇ ਆ ਜੀ, ਬਹੁਤ ਉਹਨਾਂ ਨੂੰ ਪਤਾ ਬਰੈਂਪਟਨ ਬਾਰੇ, ਬਰੈਂਪਟਨ ਖੁਦ ਰਹੇ ਆ, ਉਹਨਾਂ ਨੂੰ ਪਤਾ ਬਰੈਂਪਟਨ ਦੇ ਲੋਕਾਂ ਦੀਆਂ ਕੀ ਲੋੜਾਂ ਹੈਗੀਆਂ ਵਾ। ਸੋ ਲੋੜਾਂ ਨੂੰ ਪੂਰਾ ਕਰਨ ਦੇ ਲਈ, ਇਕਨੋਮੀ ਨੂੰ ਟਰੈਕ ਤੇ ਲਿਆਉਣ ਲਈ, ਲੋਕਾਂ ਲਈ ਜਿਹੜਾ ਲਾਈਫ ਅਫੋਰਡੇਬਲ ਬਣਾਉਣ ਲਈ ਸਾਡੀ ਗਵਰਨਮੈਂਟ ਜਿਹੜੀ ਕੰਮ ਕਰੂਗੀ ਜੀ। ਪਰ ਤਿੰਨੇ ਪ੍ਰਮੁੱਖ ਪਾਰਟੀਆਂ ਨੂੰ ਅਸੀਂ ਦੇਖੀਏ, ਤੁਹਾਡੀ ਪਾਰਟੀ ਦਾ ਨਾਰਾ ਹੈ ਗੈਟਿੰਗ ਇਟ ਡਨ, ਬਾਕੀ ਪਾਰਟੀ ਵੀ ਇਹੀ ਕਹਿ ਰਹੀਆਂ ਕਿ ਉਹ ਓਨਟਾਰੀਓ ਦੇ ਭਲੇ ਲਈ ਕੰਮ ਕਰਨਗੀਆਂ, ਹੈਲਥ ਕੇਅਰ ਹੋਏ, ਐਜੂਕੇਸ਼ਨ ਹੋਏ ਜਾਂ ਫਾਰਮਾ ਕੇਅਰ ਪਲਾਨ ਹੋਏ। ਤੁਹਾਨੂੰ ਕਿਉਂ ਲੱਗਦਾ ਹੈ ਗੈਟਿੰਗ ਇਟ ਡਨ ਜਿਹੜਾ ਇੱਕ ਪਲੇਟਫਾਰਮ ਹੈਗਾ ਦੈਟ ਇਜ਼ ਬੈਟਰ ਦੈਨ ਅਦਰ ਪਾਰਟੀਜ਼, ਦੈਨ ਵਾਈ ਪੀਪਲ ਸ਼ੁੱਡ ਵੋਟ ਪੀਸੀ? ਬਿਲਕੁਲ ਜੀ, ਗੈਟਿੰਗ ਇਟ ਡਨ ਜਿਹੜਾ ਸਲੋਗਨ ਆ, ਦੇਖੋ ਵੀ ਆਰ ਗੈਟਿੰਗ ਇਟ ਡਨ। $160 ਬਿਲੀਅਨ ਅਸੀਂ ਇਨਫਰਾਸਟਰਕਚਰ ਦੇ ਵਿੱਚ ਇਨਵੈਸਟ ਕਰ ਰਹੇ ਹਾਂ। ਨਾਟ ਓਨਲੀ ਇਕੱਲੇ ਹਾਈਵੇ ਬਣਾ ਰਹੇ ਹਾਂ, ਜਿਹੜੀ ਹਾਈਵੇ ਵੀ ਦੇਖੋ ਬਹੁਤ ਜ਼ਿਆਦਾ ਜ਼ਰੂਰੀ, ਜਿੱਦਾਂ ਮੈਂ ਕਿਹਾ ਪਾਪੂਲੇਸ਼ਨ ਗਰੋ ਕਰਦੀ, ਇਨਫਰਾਸਟਰਕਚਰ ਤੁਹਾਨੂੰ ਉੱਦਾਂ ਚਾਹੀਦਾ। $60 ਬਿਲੀਅਨ ਟ੍ਰਾਂਜ਼ਿਟ ਦੇ ਵਿੱਚ ਆਪਾਂ ਇਨਵੈਸਟ ਕਰ ਰਹੇ ਹਾਂ, ਕਿ ਟੂ ਵੇ ਆਲਡੇਗੋ ਹੋ ਗਈ, LRT ਹੋ ਗਈ, ਇਹ ਚੀਜ਼ਾਂ ਦੇ ਉੱਪਰ, ਚਾਹੇ ਅੰਟਾਰੀਓ ਲਾਈਨ ਆਪਣੀ ਜਿਹੜੀ ਹੈਗੀ ਆ ਉਹਦੇ ਉੱਪਰ ਇਨਵੈਸਟ ਕਰ ਰਹੇ ਹਾਂ ਜੀ। ਅੰਟਾਰੀਓ ਦੇ ਵਿੱਚ ਕਈ ਸੂਬੇ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਕਹਿ ਲਓ ਕਿ ਹਾਈ ਸਪੀਡ ਇੰਟਰਨੈਟ ਦੀ ਬਹੁਤ ਪ੍ਰੋਬਲਮ, ਜੇ ਆਪਾਂ ਕੈਲੇਡਨ ਚੱਲ ਜੀ ਉੱਥੇ ਵੀ ਕਾਫੀ ਇਸ਼ੂ ਹੈਗਾ। ਉਹਦੇ ਉੱਪਰ ਗਵਰਨਮੈਂਟ $4 ਬਿਲੀਅਨ ਇਨਵੈਸਟ ਕਰ ਰਹੀ ਹੈ ਕਿ ਇੰਸ਼ੋਰ ਕਰਨ ਦੇ ਲਈ ਕਿ ਹਾਈ ਸਪੀਡ ਇੰਟਰਨੈਟ ਕਨੈਕਸ਼ਨ ਸਾਰੇ ਲੋਕਾਂ ਕੋਲ ਹੋਵੇ, ਕਿਉਂਕਿ ਕੋਵਿਡ ਦੇ ਵਿੱਚ ਆਪਾਂ ਦੇਖਿਆ ਕਿ ਉਹਦੀ ਕਾਫੀ ਪ੍ਰੋਬਲਮ ਆਈ ਆ ਜਦੋਂ ਬੱਚੇ ਆਪਣੇ ਘਰ ਬੈਠ ਕੇ ਸਟੱਡੀ ਕਰਦੇ ਸੀ, ਜਿਹੜੇ ਬਿਜ਼ਨਸ ਆ ਘਰੋਂ ਆਪਰੇਟ ਕਰਦੇ ਸੀ। ਸੋ $160 ਬਿਲੀਅਨ ਜਿਹੜੀ ਗਵਰਨਮੈਂਟ ਇਨਵੈਸਟ ਕਰ ਰਹੀ ਹੈ ਇਨਫਰਾਸਟਰਕਚਰ ਦੇ ਉੱਪਰ, ਤੁਸੀਂ ਦੇਖੋ ਦਿਸ ਇਜ਼ ਵਾਟ ਵੀ ਕਾਲ ਗੈਟਿੰਗ ਇਟ ਡਨ। ਲੋਕਾਂ ਦੇ ਲਈ ਜਿਹੜੇ ਕੰਮ ਕਰਨੇ ਇਨਫਰਾਸਟਰਕਚਰ ਦੇ ਉੱਪਰ ਕਦੇ ਵੀ ਕਿਸੇ ਗਵਰਨਮੈਂਟ ਨੇ ਕੰਮ ਨਹੀਂ ਕੀਤਾ ਜੀ, ਚਾਹੇ 15 ਸਾਲ ਲਿਬਰਲ ਰਹੀ ਆ, ਚਾਹੇ ਐਨਡੀਪੀ ਰਹੀ ਉਹਦੇ ਪਹਿਲਾਂ। ਸੋ ਸਾਡੀ ਗਵਰਨਮੈਂਟ ਇੱਕ ਗਵਰਨਮੈਂਟ ਜਿਹੜੀ ਹੈਗੀ ਇਨਫਰਾਸਟਰਕਚਰ ਨੂੰ ਬਿਲਡ ਕਰੂਗੀ, ਲੋਕਾਂ ਲਈ ਜੌਬਸ ਕ੍ਰੀਏਟ ਕਰੂਗੀ, ਇਕਨੋਮੀ ਨੂੰ ਬੈਕ ਔਨ ਟਰੈਕ ਲੈ ਕੇ ਆਊਗੀ, ਮੇਕ ਸ਼ੋਰ ਦੇਰ ਹਾਈਲੀ ਪੇਡ ਜੌਬਸ, ਇਲੈਕਟ੍ਰਿਕ ਵਹੀਕਲ ਦੀ ਗੱਲ ਕਰੀਏ। ਸੋ ਸਾਰਾ ਕੁਝ ਜਿਹੜਾ ਜੀ ਇੰਟਾਰੀਓ ਗਵਰਨਮੈਂਟ ਜਿਹੜੀ ਡਗਫੋਰਡ ਗਵਰਨਮੈਂਟ ਹੈ ਜੀ, ਇਹ ਸਾਰਾ ਕੁਝ ਕਰੂਗੀ ਜੀ। ਪਰ ਜੇ ਅਸੀਂ ਮੁੱਖ ਮੁੱਦੇ ਦੇਖੀਏ, ਹੈਲਥ ਕੇਅਰ, ਐਜੂਕੇਸ਼ਨ, ਇਨਵੈਸਟਮੈਂਟ, ਟ੍ਰਾਂਜ਼ਿਟ, ਲਾਸਟ ਟਾਈਮ ਵੀ ਤੁਹਾਡੇ ਪਲੇਟਫਾਰਮ 'ਚ ਇਹੀ ਮੁੱਦੇ ਰਹੇ ਹੋਣੇ ਆ, ਇਸ ਵਾਰ ਵੀ ਇਹੀ ਹੈ, ਬਾਕੀ ਪਾਰਟੀਜ਼ ਦੇ ਪਲੇਟਫਾਰਮ ਵਿੱਚ ਮੇਨ ਇਹੀ ਮੁੱਦੇ ਹੈਗੇ ਆ। ਬਟ ਵਾਟ ਇਜ਼ ਦੈਟ ਵਨ ਥਿੰਗ, ਵਾਟ ਇਜ਼ ਦੈਟ ਕੀ ਪੁਆਇੰਟ ਤੁਹਾਨੂੰ ਲੱਗਦਾ ਹੈ ਕਿ ਪਲੇਟਫਾਰਮ ਦੇ ਵਿੱਚ ਜੋ ਹੈ ਦੈਟ ਲਿਫਟਸ ਦ ਕੈਂਪੇਨ ਅਪ, ਜੋ ਸ਼ਾਇਦ ਲਾਸਟ ਟਾਈਮ ਨਹੀਂ ਸੀ? ਦੇਖੋ ਜੀ, ਮੈਂ ਕਿਹਾ ਟਰੈਕ ਰੈਕਡ ਜਿਹੜਾ ਜੀ ਉਹ ਲੋਕੀ ਦੇਖਦੇ ਆ। ਟਰੈਕ ਰੈਕਡ ਜੇ ਬਰੈਂਪਟਨ ਦੀ ਆਪਾਂ ਗੱਲ ਕਰੀਏ, ਤੁਸੀਂ ਲਿਬਰਲ ਕੈਂਡੀਡੇਟਸ ਨੂੰ ਮਿਲੋਗੇ, ਤੁਹਾਨੂੰ ਪੁੱਛ ਲਿਓ ਉਹਨਾਂ ਨੂੰ ਕੀ ਬਰੈਂਪਟਨ ਦੇ ਲਈ ਇਨਵੈਸਟਮੈਂਟ ਕੀਤੀ ਹੈ ਪਿਛਲੇ 15 ਸਾਲ ਦੇ ਵਿੱਚ। ਲੋਕੀ ਟਰੈਕ ਰੈਕਡ ਦੇ ਬੇਸ ਤੇ ਵੋਟਾਂ ਪਾਉਂਦੇ ਆ, ਲੋਕੀ ਦੇਖਦੇ ਕੰਮ ਕਿਹੜੇ ਹੋਏ। ਇਹ ਸਾਰੇ ਜਿਹੜੇ ਪ੍ਰੋਜੈਕਟ ਆ ਰੁਪਿੰਦਰ ਜੀ ਪਾਈਪਲਾਈਨ ਦੇ ਵਿੱਚ ਹੈਗੇ ਆ, ਕਈ ਵਾਰੀ ਤੁਹਾਨੂੰ ਪਤਾ ਇਹ ਬਿਲੀਅਨ ਡਾਲਰ ਦੇ ਪ੍ਰੋਜੈਕਟ ਹੁੰਦੇ, ਇੰਨੀ ਜਲਦੀ ਨਹੀਂ ਬਣਦੇ। ਸੋ ਸਾਰੇ ਪਾਈਪਲਾਈਨ ਦੇ ਵਿੱਚ ਹੈਗੇ ਆ। ਤੁਸੀਂ ਆਉਣ ਵਾਲੇ ਸਾਲਾਂ 'ਚ ਦੇਖੋਗੇ 2 ਸਾਲ ਦੇ ਵਿੱਚ ਜਦੋਂ ਇਹ ਪ੍ਰੋਜੈਕਟ ਜਿਹੜੇ ਬਣਨੇ ਸ਼ੁਰੂ ਹੋਣਗੇ ਸਾਲ ਦੇ ਵਿੱਚ, ਫਿਰ ਲੋਕਾਂ ਨੂੰ ਲੱਗਦਾ ਕੰਮ ਹੋਇਆ ਵਾ ਇਨਫਰਾਸਟਰਕਚਰ ਦੇ ਉੱਪਰ, ਜਿੱਦਾਂ ਕਿ $160 ਬਿਲੀਅਨ ਇਨਵੈਸਟ ਕਰਨਾ ਵਾ। ਸੋ ਇਹ ਜਿਹੜੀ ਸਾਡੀ ਗਵਰਨਮੈਂਟ ਆ ਜੀ, ਦਿਸ ਇਜ਼ ਦਾ ਓਨਲੀ ਗਵਰਨਮੈਂਟ ਜਿਹੜੀ ਇਹ ਲੋਕਾਂ ਲਈ ਕੰਮ ਕਰਦੀ ਆ, ਲੋਕਾਂ ਦੀ ਭਲਾਈ ਲਈ ਕੰਮ ਕਰਦੀ ਆ। ਚਾਹੇ ਉਹ ਹੈਲਥ ਕੇਅਰ ਦੀ ਗੱਲ ਕਰੀਏ, ਚਾਹੇ ਆਪਣਾ ਐਜੂਕੇਸ਼ਨ ਦੀ ਗੱਲ ਕਰੀਏ, ਚਾਹੇ ਇਨਫਰਾਸਟਰਕਚਰ ਦੀ ਗੱਲ ਕਰੀਏ, ਚਾਹੇ ਕੋਵਿਡ ਦੇ ਵਿੱਚ ਲੋਕਾਂ ਦੀ ਹੈਲਥ ਐਂਡ ਸੇਫਟੀ ਨੂੰ ਪ੍ਰੋਟੈਕਟ ਕਰਨਾ, ਚਾਹੇ ਜੌਬਾਂ ਜਿਹੜੀਆਂ ਕ੍ਰੀਏਟ ਕਰਨੀਆਂ, ਚਾਹੇ ਬਿਜ਼ਨਸ ਜਿਹੜਾ ਅਟਰੈਕਟ ਕਰਨਾ। ਸੋ ਇਹ ਡਗਫੋਰਡ ਗਵਰਨਮੈਂਟ ਜਿਹੜੀ ਆ ਜੀ ਸਾਰਾ ਕੁਝ ਕਰ ਰਹੀ ਆ ਤੇ ਕਰਦੀ ਰਹੂਗੀ ਜੀ। ਅਖੀਰ ਦੇ ਵਿੱਚ ਤੁਸੀਂ ਆਪਣੀ ਰਾਈਡਿੰਗ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਉਹ ਐਡਵਾਂਸ ਪੋਲ ਦੇ ਵਿੱਚ ਤੇ ਆਉਂਦੀ 2 ਜੂਨ ਨੂੰ ਤੁਹਾਡੇ ਹੱਕ ਵਿੱਚ ਵੋਟ ਕਿਉਂ ਪਾਉਣ? ਬਿਲਕੁਲ ਜੀ, ਤੁਹਾਡੇ ਟੀਵੀ ਪ੍ਰੋਗਰਾਮ ਰਾਹੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਜਿੱਦਾਂ ਮੈਂ ਪਹਿਲਾਂ ਵੀ ਕਹਿ ਰਿਹਾ ਕਿ ਟਰੈਕ ਰੈਕਡ ਸਾਡਾ ਦੇਖੋ 4 ਸਾਲ 'ਚ ਜਿਹੜੇ ਅਸੀਂ ਕੰਮ ਕੀਤੇ ਆ, ਚਾਹੇ ਵਿੱਚੋਂ 2.5 ਸਾਲ ਕੋਵਿਡ ਰਿਹਾ, ਲੇਕਿਨ ਬਹੁਤ ਕੰਮ ਜਿਹੜੇ ਬਰੈਂਪਟਨ ਲਈ ਕੀਤੇ ਤੇ ਕਾਫੀ ਕੁਝ ਕਰਨ ਵਾਲਾ ਵੀ ਕੰਮ ਹੈਗਾ ਜੀ, ਇਹ ਨਹੀਂ ਕਿ ਸਾਰਾ ਕੁਝ ਹੋ ਗਿਆ ਵਾ, ਬਹੁਤ ਕੰਮ ਕਰਨ ਵਾਲੇ ਆ। ਸੋ ਤੁਹਾਡੇ ਸਾਥ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਆ।
ਉਮੀਦ ਕਰਦੇ ਹਾਂ ਕਿ 2 ਜੂਨ ਨੂੰ ਤੁਸੀਂ ਆਪਣਾ ਕੀਮਤੀ ਵੋਟ ਪਾ ਕੇ ਐਡਵਾਂਸ ਪੋਲਿੰਗ ਜਿਹੜੀ ਕੱਲ੍ਹ ਤੋਂ ਸਟਾਰਟ ਹੋ ਰਹੀ ਹੈ ਜੀ, ਜਿਹੜੀ 19 ਤੋਂ ਲੈ ਕੇ 28 ਮਈ ਤੱਕ ਚੱਲੂਗੀ। ਸੋ ਪਲੀਜ਼ ਤੁਸੀਂ ਆਪਣਾ ਟਾਈਮ ਕੱਢ ਕੇ ਕੀਮਤੀ ਵੋਟ ਸਾਨੂੰ ਜ਼ਰੂਰ ਪਾਓ, ਤਾਂ ਕਿ ਜਿਹੜੇ ਬਰੈਂਪਟਨ ਦੀ ਜਿਹੜੀ ਵਿਕਾਸ ਦੀ ਰਫ਼ਤਾਰ ਆ ਉਹਨੂੰ ਆਪਾਂ ਜਾਰੀ ਰੱਖ ਸਕੀਏ। ਤੇ ਇਹ ਡਗ ਫੋਰਡ ਸਰਕਾਰ ਤੇ ਅਸੀਂ ਜਿਹੜੇ ਆ ਜੀ ਤੁਹਾਡੇ ਲਈ ਇਹ ਕੰਮ ਕਰ ਸਕਦੇ ਹਾਂ, ਅਨਲਾਈਕ ਜਿਹੜੇ ਲਿਬਰਲਸ ਤੇ ਐਨਡੀਪੀ ਹੈ। ਜੀ, ਥੈਂਕ ਯੂ ਸੋ ਮਚ ਐਂਡ ਵੀ ਵਿਸ਼ ਯੂ ਆਲ ਦ ਵੈਰੀ ਬੈਸਟ। ਥੈਂਕ ਯੂ ਜੀ, ਮਿਹਰਬਾਨੀ।